7-8 ਵਰਿਆਂ ਬਾਅਦ ਫੇਰ ਇਕੱਠੇ ਹੋਏ ਬੈਠੇ ਆ ਸੜਕਾਂ ਤੇ। ਕੀ ਗੱਲ, ਸਾਡੇ ਮੁਲਕ ਦਾ ਕਾਨੂੰਨ ਸਾਡੇ ਵਾਸਤੇ ਬਣਿਆ ਹੀ ਨਹੀਂ। ਦੁਨੀਆ ਦੀ ਬੇਸ਼ੁਮਾਰ ਧਨ ਦੌਲਤ ਦੋ ਬੰਦਿਆਂ ਨੇ ਇਕੱਠੀ ਕੀਤੀ ਪੰਜਾਬ 'ਚੋਂ, ਇੱਕ ਕੈਪਟਨ ਕੇ ਤੇ ਇੱਕ ਬਾਦਲ ਕੇ, ਤੇ ਉਹ ਧਨ ਦੌਲਤ ਵੀ ਕੰਮ ਨਹੀਂ ਆਇਆ। ਕਹਿੰਦਾ ਮੋਰਚੇ ਦੇ ਵਿੱਚ ਜਾਂਦੇ ਹੋ, ਧਰਨੇ 'ਚ ਘੋਨੇ ਮੋਨਿਆਂ ਦੀ ਗਿਣਤੀ ਬਾਹਲੀ ਹੁੰਦੀ ਆ, ਸਿੱਖ ਤਾਂ ਉੱਥੇ ਕੋਈ ਹੈ ਹੀ ਨਹੀਂ। ਸੋਚ ਦੇਖੋ ਸ਼੍ਰੋਮਣੀ ਕਮੇਟੀ ਮੈਂਬਰ ਦੀ। ਉਹ ਮੈਂ ਕਿਹਾ ਜਦੋਂ ਦਾੜੀ ਕੇਸ ਰੱਖਿਆ ਵਾਲੇ ਅੰਮ੍ਰਿਤਧਾਰੀ ਤੁਹਾਡੇ ਵਰਗੇ ਖੱਲਾਂ ਖੂੰਜਿਆਂ 'ਚ ਵੜ ਕੇ ਬੈਠਣਗੇ, ਫਿਰ ਘੋਨੇ ਮੋਨੇ ਸੜਕਾਂ ਤੇ ਉਤਰਨਾ। ਸਰਦਾਰ ਕਪੂਰ ਸਿੰਘ ਕਹਿੰਦਾ ਜਿਹੜਾ ਵੀ ਤੰਬਾਕੂ ਦਾ ਸੇਵਨ ਕਰਦਾ ਭਾਈ ਉਹ ਮੈਨੂੰ ਵੋਟ ਨਾ ਪਾਇਓ। ਤੇ ਇੱਥੇ ਅਸੀਂ ਨਸ਼ਿਆਂ ਬਦਲੇ ਵੋਟਾਂ ਲੈਂਦੇ, ਨਸ਼ਾ ਦੇ ਕੇ ਵੋਟਾਂ ਲੈਂਦੇ। ਗੁਰਬਾਣੀ ਦੇ ਵਿੱਚ ਲਿਖਿਆ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਕਿ ਵਾਹਿਗੁਰੂ ਗੁਰੂ ਦਾ ਐਸਾ ਮੰਤਰ ਹੈ ਜਿਹਨੂੰ ਕਹਿਣ ਨਾਲ ਜਪਣ ਨਾਲ ਹਉਮੈ ਤੇ ਹੰਕਾਰ ਦੂਰ ਹੁੰਦਾ ਹੈ। ਤੁਸੀਂ ਕਰੋ ਫੈਸਲਾ, ਹਉਮੈ ਹੰਕਾਰ ਦੂਰ ਕਰਨਾ ਕਿ ਕੋਲੇ ਰੱਖਣਾ ਹੈ। ਜੇ ਤਾਂ ਦੂਰ ਕਰਨਾ ਤਾਂ ਵਾਹਿਗੁਰੂ ਕਿਹਾ ਕਰੋ। ਮੇਰੇ ਤੋਂ ਪਹਿਲਾਂ ਕੋਈ ਸਤਿਕਾਰਯੋਗ ਬੁਲਾਰੇ ਬੋਲ ਰਹੇ ਸੀ ਕਿ ਸਿੱਖਾਂ ਨੂੰ ਕਿਸੇ ਬਗਾਨੇ ਤੋਂ ਖਤਰਾ ਨਹੀਂ, ਸਿੱਖਾਂ ਨੂੰ ਹਉਮੈ ਹੰਕਾਰ ਨੇ ਖਤਮ ਕੀਤਾ ਹੈ। ਇਹ ਕੌਮ ਝੁਕਣ ਵਾਲੀ ਨਹੀਂ, ਰੁਕਣ ਵਾਲੀ ਨਹੀਂ, ਡਰਨ ਵਾਲੀ ਨਹੀਂ, ਅੜਨ ਵਾਲੀ ਹੈ। ਇਸ ਲਈ ਮੈਂ ਫੇਰ ਦੁਬਾਰਾ ਸਾਰਿਆਂ ਨੂੰ ਫਤਿਹ ਬੁਲਾਉਣਾ, ਗੱਜ ਕੇ ਜਵਾਬ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ ਬੈਠੇ ਆ ਇਹ ਸੋਚਣ ਵਾਲੀ ਗੱਲ ਆ। ਇਸ ਜਗ੍ਹਾ ਤੇ 7-8 ਵਰਿਆਂ ਬਾਅਦ ਫੇਰ ਇਕੱਠੇ ਹੋਏ ਬੈਠੇ ਆ ਸੜਕਾਂ ਤੇ। ਕੀ ਗੱਲ, ਸਾਡੇ ਮੁਲਕ ਦਾ ਕਾਨੂੰਨ ਸਾਡੇ ਵਾਸਤੇ ਬਣਿਆ ਹੀ ਨਹੀਂ। ਅਸੀਂ ਸਭ ਤੋਂ ਵੱਧ ਕੁਰਬਾਨੀਆਂ ਕਰਕੇ ਇਸ ਮੁਲਕ ਨੂੰ ਖੜਾ ਕਰਨ ਵਾਲੇ, ਬਚਾਉਣ ਵਾਲੇ ਅੱਜ ਵੀ ਬਾਰਡਰਾਂ ਦੇ ਉੱਤੇ ਸਾਡੇ ਹੀ ਸ਼ਹੀਦ ਹੁੰਦੇ ਆ। ਤੇ ਅਸੀਂ ਖੱਟਿਆ ਕੀ ਆ? 17-72 ਸਾਲਾਂ 'ਚ ਕੀ ਖੱਟਿਆ ਸੀ, ਕੀ ਕਮਾਇਆ? ਇਹ ਸਿਰ ਜੋੜ ਕੇ ਬੈਠ ਕੇ ਚਿੰਤਨ ਕਰਨ ਦੀ ਲੋੜ ਹੈ। ਖੂਨ ਠੰਡਾ ਰੱਖਿਆ ਕਰੋ ਗੁਰੂ ਦੀ ਹਜ਼ੂਰੀ 'ਚ। ਜੇ ਦੂਜੇ ਨੂੰ ਅਹਿਮੀਅਤ ਦੱਸਦੇ ਆ ਕਿ ਗੁਰੂ ਹਾਜ਼ਰ ਨਾਜ਼ਰ ਆ, ਪਹਿਲਾਂ ਆਪ ਸਮਝਿਆ ਕਰੋ ਕਿ ਗੁਰੂ ਹਾਜ਼ਰ ਨਾਜ਼ਰ ਆ। ਪਹਿਲਾਂ ਮੈਨੂੰ ਪਤਾ ਹੋਵੇ ਗੁਰੂ ਹਾਜ਼ਰ ਹੈ ਤੇ ਗੁਰੂ ਨਾਜ਼ਰ ਹੈ, ਫਿਰ ਮੈਂ ਕਿਸੇ ਨੂੰ ਦੱਸ ਸਕਦਾ। ਜੇ ਮੈਨੂੰ ਨਹੀਂ ਪਤਾ, ਮੈਂ ਹੀ ਧੱਕਾ ਕਰੀ ਜਾਊਂਗਾ ਤੇ ਮੈਂ ਦੂਜੇ ਨੂੰ ਕਿਵੇਂ ਕਹੂੰਗਾ? ਜ਼ਰੂਰੀ ਹੈ, ਜੋਸ਼ ਵੀ ਜ਼ਰੂਰੀ ਹੈ, ਜਜ਼ਬਾ ਵੀ ਜ਼ਰੂਰੀ ਹੈ। ਉਹੀ ਜੋਸ਼ ਜਜ਼ਬਾ ਜਿਹੜਾ 7 ਤੇ 9 ਸਾਲ ਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੀ, ਉਹੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਮੁੱਛ-ਪੁੱਟ ਜਵਾਨੀ ਵਾਰਸ ਬੈਠੀ ਹੈ ਇੱਥੇ। ਇਹ ਜਜ਼ਬੇ ਜ਼ਰੂਰੀ ਹੈ, ਪਰ ਜਗ੍ਹਾ ਵੇਖਿਆ ਕਰੋ ਕਿੱਥੇ ਲੋੜ ਹੈ ਇਸ ਜਜ਼ਬੇ ਦੀ। ਇੱਥੇ ਨਹੀਂ ਲੋੜ। ਸਭ ਨੂੰ ਸਤਿਕਾਰ, ਸਭ ਨੂੰ ਜੀ ਆਇਆਂ ਤੁਸੀਂ ਕਹਿੰਦੇ ਹੋ। ਇਹ ਕਾਫਲਾ ਵਧਾਉਣਾ ਹੈ। ਇਹ ਜਿਹੜਾ ਅੱਜ 100 ਦਿਨ ਤੋਂ 112 ਦਿਨਾਂ ਤੋਂ ਉੱਪਰ ਇੱਕ ਬੱਚਾ ਆਪਣੇ ਬਾਪ ਦੀ ਸ਼ਹੀਦੀ ਦਾ ਇਨਸਾਫ ਲੈਣ ਲਈ ਬੈਠਾ ਹੈ, ਇੱਕ ਬਾਪ ਆਪਣੇ ਪੁੱਤ ਦੀ ਸ਼ਹਾਦਤ ਦਾ ਇਨਸਾਫ ਲੈਣ ਲਈ ਬੈਠਾ ਹੈ। ਤੇ ਲੱਖਾਂ ਹੀ ਪੁੱਤ ਜਿਨ੍ਹਾਂ ਨੇ ਆਪਦਾ ਬਾਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਹੈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਜਿਨ੍ਹਾਂ ਨੇ ਆਪਦਾ ਮਾਂ ਬਾਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਹੈ, ਉਹ ਲੱਖਾਂ ਹੀ ਚਾਹੇ ਦੂਜਿਆਂ ਮੁਲਕਾਂ ਦੇ ਵਿੱਚ ਬੈਠੇ ਹੋਣ, ਇਨਸਾਫ ਲੈਣ ਲਈ ਤਰਸਦੇ ਆ। ਇੱਕ ਗੱਲ ਕਲੀਅਰ ਹੈ, ਇਹ ਸਮਝਣੀ ਪਊ ਸਾਰੇ ਰਾਜਨੀਤਿਕ ਜਮਾਤਾਂ ਨੂੰ। ਮੈਂ ਉਦੋਂ ਤੋਂ ਕਹਿੰਦਾ ਆ ਰਿਹਾ 2015 ਤੋਂ ਕਿ ਚਾਹੇ ਕੋਈ ਸਿਆਸੀ ਜਮਾਤ ਹੈ ਤੇ ਚਾਹੇ ਕੋਈ ਸਰਕਾਰੀ ਅਧਿਕਾਰੀ ਆ, ਕਿੱਡਾ ਵੀ ਵੱਡਾ ਅਫਸਰ ਆ, ਜਿਹੜਾ ਗੁਰੂ ਸਾਹਿਬ ਦੀ ਇਸ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਕੋਈ ਕੋਤਾਹੀ ਕਰੂਗਾ, ਗਲਤੀ ਕਰੂਗਾ, ਉਹ ਖਮਿਆਜਾ ਭੁਗਤੂਗਾ। ਰਾਜਨੀਤਿਕ ਲੋਕਾਂ ਦਾ ਖਮਿਆਜਾ ਅਸੀਂ ਵੇਖ ਲਿਆ। ਬਹੁਤ ਸਾਰੇ ਇਹ ਕਹਿੰਦੇ ਸੀ ਕਿ ਅਸੀਂ 5-5 ਵਾਰੀ ਬਣ ਗਏ, ਸਾਨੂੰ ਕੋਈ ਨਹੀਂ ਹਰਾ ਸਕਦਾ। ਤੇ ਬਹੁਤ ਸਾਰੇ ਕਹਿੰਦੇ ਸੀ ਅਸੀਂ ਰਾਜੇ ਮਹਾਰਾਜਿਆਂ, ਸਾਡਾ ਹੁਕਮ ਚੱਲਦਾ ਹੈ। ਅੱਜ ਰੰਕ ਬਣੇ ਬੈਠੇ ਆ। ਦੁਨੀਆ ਦੀ ਬੇਸ਼ੁਮਾਰ ਧਨ ਦੌਲਤ ਦੋ ਬੰਦਿਆਂ ਨੇ ਇਕੱਠੀ ਕੀਤੀ ਪੰਜਾਬ 'ਚੋਂ, ਇੱਕ ਕੈਪਟਨ ਕੇ ਤੇ ਇੱਕ ਬਾਦਲ ਕੇ, ਤੇ ਉਹ ਧਨ ਦੌਲਤ ਵੀ ਕੰਮ ਨਹੀਂ ਆਇਆ। ਗੋਡੀ ਲਵਾਤੀ ਲੋਕਾਂ ਨੇ। ਕਿਉਂ ਨਹੀਂ ਕੰਮ ਆਇਆ? ਅਸਲ ਦੌਲਤ ਨਹੀਂ ਇਕੱਠੀ ਕੀਤੀ। ਗੁਰਮਤ ਦੀ ਦੌਲਤ, ਅਧਿਆਤਮਕ ਦੌਲਤ, ਉਹ ਤੋਂ ਕੋਰੇ ਕਰਾਰੇ ਰਹੇ, ਦੂਰ ਰਹੇ। ਤੇ ਗੁਰੂ ਨਾਲ ਪਿਆਰ ਹੁੰਦਾ, ਗੁਰਬਾਣੀ ਨਾਲ ਪਿਆਰ ਹੁੰਦਾ, ਤੇ ਫਿਰ ਆਹ ਦਿਨ ਨਾ ਦੇਖਣੇ ਪੈਂਦੇ ਆ
ਧੁੱਪਾਂ ਦੇ ਵਿੱਚ ਸਾਨੂੰ ਇੱਥੇ ਨਾ ਬੈਠਣਾ ਪੈਂਦਾ। ਪਰ ਅਸੀਂ ਮੋਰਚਿਆਂ ਤੋਂ ਧਰਨਿਆਂ ਤੋਂ ਡਰਨ ਵਾਲੇ ਨਹੀਂ। ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਘੋੜਿਆਂ ਦੇ ਉੱਤੇ ਵੀ ਸਰਬੱਤ ਖਾਲਸੇ ਕੀਤੇ ਆ। ਅਸੀਂ ਉਹਨਾਂ ਦੇ ਧੀਆਂ ਪੁੱਤਰ ਹਾਂ। ਸਾਨੂੰ ਮੋਰਚਿਆਂ ਸੰਘਰਸ਼ਾਂ ਦਾ ਕੋਈ ਡਰ ਨਹੀਂ, ਕੋਈ ਖਤਰਾ ਨਹੀਂ। ਪਰ ਆਪਦੇ ਮੁਲਕ ਦੇ ਵਿੱਚ, ਆਪਦੀ ਧਰਤੀ ਦੇ ਉੱਤੇ, ਆਪਦੇ ਗੁਰੂ ਦੀ ਖਾਤਰ ਸਾਨੂੰ ਮੋਰਚੇ ਲਾਉਣੇ ਪੈਣ। ਇਦੋਂ ਮਾੜੀ ਗੱਲ ਕੀ ਹੋ ਸਕਦੀ ਹੈ? ਉਹ ਰਾਜ ਵੀ ਦੇਖਿਆ ਜਿਹੜਾ ਆਪਦੇ ਆਪ ਨੂੰ ਕਹਿੰਦਾ ਮੈਂ ਕੌਮ ਦਾ ਫਖਰ ਹਾਂ, ਤੇ ਉਹ ਰਾਜ ਵੀ ਦੇਖਿਆ ਜਿਹੜਾ ਕਹਿੰਦਾ ਸੀ ਮੈਂ ਬਥੇਰੀ ਅੰਗਰੇਜ਼ਾਂ ਦੇ ਵਿਰੁੱਧ ਮਦਦ ਕੀਤੀ ਆ ਪੰਜਾਬੀਆਂ ਦੀ। ਪਰ ਮੈਂ ਇੱਕ ਬੇਨਤੀ ਕਰਾਂ, ਮੈਂ ਬੇਸ਼ੱਕ ਕਿਸੇ ਸਿਆਸੀ ਜਮਾਤ ਨਾਲ ਵੱਜਿਆ ਹੋਇਆ ਏ, ਪਰ ਉਦੋਂ ਪਹਿਲਾਂ ਮੈਂ ਗੁਰੂ ਦਾ ਸਿੱਖ ਹਾਂ। ਮੈਂ 2018 ਦੇ ਵਿੱਚ ਜਦੋਂ ਮੋਰਚਾ ਲੱਗਿਆ ਸੀ, ਬੜੀ ਚੜ੍ਹਦੀ ਕਲਾ ਤੇ ਅਸੀਂ ਸਾਰਿਆਂ ਨੇ ਉਸ ਮੋਰਚੇ 'ਚ ਯੋਗਦਾਨ ਪਾਇਆ। 2015 'ਚ ਮੇਰਾ ਭਰਾ ਬੈਠਾ ਮੁਸਾਫਿਰ, ਅਸੀਂ 2015 ਜਦੋਂ ਬੇਅਦਬੀ ਹੋਈ ਅਸੀਂ ਸੜਕਾਂ ਤੇ ਉਤਰੇ ਸਾਰੇ, ਤੇ ਮੈਨੂੰ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਮੈਨੂੰ ਫੋਨ ਕਰਦਾ, ਮੇਰਾ ਬਹੁਤ ਪਿਆਰ ਆ ਗੁਰਬਾਣੀ ਕਰਕੇ ਉਹਦੇ ਨਾਲ। ਮੈਨੂੰ ਕਹਿੰਦਾ ਕਮਲਜੀਤ ਸਿੰਘ ਰਾਜਨੀਤੀ ਕਰਦੇ ਫਿਰਦੇ ਹੋ ਗੁਰੂ ਸਾਹਿਬ ਤੇ। ਮੈਂ ਕਿਹਾ ਬਈ ਜਿਹੜੇ ਕਰਦੇ ਹੋਣਗੇ ਉਹ ਕਰਦੇ ਹੋਣਗੇ, ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਾਂਦੇ, ਅਸੀਂ ਉਹਦਾ ਇਨਸਾਫ ਮੰਗਦੇ ਹਾਂ। ਕਹਿੰਦਾ ਮੋਰਚੇ ਦੇ ਵਿੱਚ ਜਾਂਦੇ ਹੋ, ਧਰਨੇ 'ਚ ਘੋਨੇ ਮੋਨਿਆਂ ਦੀ ਗਿਣਤੀ ਬਾਹਲੀ ਹੁੰਦੀ ਆ, ਸਿੱਖ ਤਾਂ ਉੱਥੇ ਕੋਈ ਹੈ ਹੀ ਨਹੀਂ। ਸੋਚ ਦੇਖੋ ਸ਼੍ਰੋਮਣੀ ਕਮੇਟੀ ਮੈਂਬਰ ਦੀ। ਉਹ ਮੈਂ ਕਿਹਾ ਜਦੋਂ ਦਾੜੀ ਕੇਸ ਰੱਖਿਆ ਵਾਲੇ ਅੰਮ੍ਰਿਤਧਾਰੀ ਤੁਹਾਡੇ ਵਰਗੇ ਖੱਲਾਂ ਖੂੰਜਿਆਂ 'ਚ ਵੜ ਕੇ ਬੈਠਣਗੇ, ਫਿਰ ਘੋਨੇ ਮੋਨੇ ਸੜਕਾਂ ਤੇ ਉਤਰਨਗੇ। ਸਿੱਖੀ ਸਰੂਪ ਬੇਸ਼ੱਕ ਹੈ ਨਹੀਂ ਪੰਜਾਬ ਦੀ ਜਵਾਨੀ ਕੋਲ, ਮੈਂ ਇਹ ਗੱਲ ਮੰਨਦਾ। 70% ਬੇਸ਼ੱਕ ਸਰੂਪ ਵਾਲੀ ਜਵਾਨੀ ਹੈ ਨਹੀਂ, ਪਰ ਜਿਹੜੀ ਭਾਵਨਾ ਅੰਦਰ, ਜਿਹੜੇ ਭਾਂਡੇ ਤਿਆਰ ਹੋਏ ਹੋਏ ਉਹਨਾਂ ਕੋਲੇ ਜਿਹੜਾ ਜਜ਼ਬਾ ਹੈ ਨਾ, ਉਹ ਮੈਨੂੰ ਨਹੀਂ ਲੱਗਦਾ। ਇੱਕ ਅਕਾਲ ਤਖਤ ਦੇ ਜਿਹੜੇ ਜਥੇਦਾਰ ਵੀ ਬਣਾਏ ਹੋਏ ਸਾਡੇ ਥਾਪੇ ਹੋਏ ਆ, ਬੇਸ਼ੱਕ ਕੋਈ ਮੈਨੂੰ ਕਹੇ ਕਿ ਉਹ ਸਵਾਲ ਚੱਕ ਰਿਹਾ, ਮੈਂ ਅਕਾਲ ਤਖਤ ਦੇ ਜਥੇਦਾਰ ਤੇ ਸਵਾਲ ਚੱਕ ਰਿਹਾ, ਮੈਂ ਅਕਾਲ ਤਖਤ ਤੇ ਸਵਾਲ ਨਹੀਂ ਚੱਕ ਰਿਹਾ। ਕਮੀ ਕਿੱਥੇ ਆ ਗਈ? ਮੀਰੀ ਪੀਰੀ ਦਾ ਸਿਧਾਂਤ ਅਸੀਂ ਮੰਨਣ ਤੋਂ ਇਨਕਾਰੀ ਆ, ਸਾਨੂੰ ਨਹੀਂ ਕੋਈ ਹਰਾ ਸਕਦਾ। ਇਤਿਹਾਸ ਪੜ੍ਹੋ, ਸਾਨੂੰ ਜਦੋਂ ਜਦੋਂ ਵੀ ਹਾਰ ਮਿਲੀ ਆ ਤੇ ਸਾਡੀ ਕੌਮ ਦੇ ਗਦਾਰਾਂ ਦੇ ਬਦਲੇ ਮਿਲੀ ਆ। ਕੌਮ ਦੇ ਵਿੱਚ ਉਹ ਲੋਕ ਵੀ ਹੈਗੇ ਆ, ਬੈਠਾ ਮੇਰਾ ਵੱਡਾ ਭਰਾ ਸਰਦਾਰ ਨਵਜੋਤ ਸਿੰਘ ਸਿੱਧੂ, ਜਿਹੜਾ ਵਿਧਾਨ ਸਭਾ ਦੇ ਵਿੱਚ ਆਏ ਗੋਡੇ ਲਾ ਕੇ ਝੋਲੀ ਅੱਡ ਕੇ ਖੜ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਮੂਹਰੇ। ਆ ਇੱਕੋ ਇੱਕ ਬੰਦਾ ਸਾਡੇ ਕੋਲੇ, ਤਾਂ ਇਹਦੇ ਨਾਲ ਤੁਰੇ ਫਿਰਦੇ ਹਾਂ ਅਸੀਂ। ਇਹ ਝੋਲੀ ਅੱਡ ਕੇ ਖੜਾ ਉੱਥੇ ਕਿ ਸਾਡੇ ਬਾਪੂ ਦਾ ਇਨਸਾਫ ਦੇ ਦਿਓ ਕੈਪਟਨ ਸਾਹਿਬ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਜੇ ਸਤਿ ਸ਼੍ਰੀ ਅਕਾਲ, ਫਿਰ ਕਿਉਂ ਨਾ ਇਹਨਾਂ ਦਾ ਸਾਥ ਦਈਏ। ਸਿੱਧੂ ਸਾਹਿਬ ਤੁਹਾਡੇ 'ਚ ਬਹੁਤ ਜਜ਼ਬਾ ਹੈ, ਬਹੁਤ ਤਾਕਤ ਦਿੱਤੀ ਪ੍ਰਮਾਤਮਾ ਨੇ ਤੁਹਾਨੂੰ। ਤੁਸੀਂ ਵਾਹਿਗੁਰੂ ਦੀ ਕਿਰਪਾ ਦੇ ਨਾਲ, ਆਪਦੀ ਮਿਹਨਤ ਦੇ ਨਾਲ ਇਸ ਮੁਕਾਮ ਤੱਕ ਪਹੁੰਚੇ ਹੋ। ਅਸੀਂ ਸਾਰੇ ਸਮੁੱਚੀ ਲੋਕਾਈ ਜਿੰਨੇ ਲੋਕ ਗੁਰੂ ਨੂੰ ਪਿਆਰ ਕਰਦੇ ਆ, ਅਸੀਂ ਤੁਹਾਡੇ ਮੂੰਹ ਵੱਲ ਝਾਕਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਉਹ ਰਾਹ ਰਸਤਾ ਦਿਖਾਓਗੇ, ਕੁਝ ਕਰੋਗੇ, ਸੰਘਰਸ਼ ਕਰੋਗੇ, ਇਸ ਮੋਰਚੇ ਨੂੰ ਇਦੋਂ ਵੀ ਵੱਡਾ ਕਰੋਗੇ। ਅਸੀਂ ਤੁਹਾਡੇ ਤੋਂ ਉਮੀਦ ਰੱਖਦੇ ਹਾਂ। ਪਰ ਮੈਂ ਇੱਕ ਗੱਲ ਕਲੀਅਰ ਪਹਿਲਾਂ ਕਰਤੀ ਹੈ ਕਿ ਗੁਰੂ ਸਾਹਿਬ ਨੇ ਇਨਸਾਫ ਲੈ ਲੈਣਾ ਹੈ। ਜੇ ਕਿਸੇ ਨੂੰ ਵਡਿਆਈ ਮਿਲਦੀ ਹੈ ਗੁਰੂ ਦੀ ਤਾਂ ਲੈ ਲਓ, ਇਨਸਾਫ ਨਹੀਂ ਰੁਕ ਸਕਦਾ। ਇਨਸਾਫ ਉਹਨਾਂ ਮਾਵਾਂ ਨੂੰ ਵੀ ਮਿਲਣਾ ਹੈ, ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਂ ਦੀ ਮਾਂ ਨੂੰ, ਉਹਨਾਂ ਨੂੰ ਇਨਸਾਫ ਮਿਲ ਜਾਣਾ। ਇਨਸਾਫ ਗੁਰੂ ਸਾਹਿਬ ਨੇ ਦੇ ਦੇਣਾ ਹੈ। ਪਰ ਗਿਰਾਵਟ ਕਿੱਥੇ ਆ ਗਈ ਹੈ ਸਾਡੇ ਨੌਜਵਾਨਾਂ 'ਚ? ਕਿਉਂਕਿ ਤਖਤਾਂ ਨੂੰ ਠੋਕਰ ਲੱਗ ਗਈ ਹੈ। ਘਰੇ ਸੱਦ ਕੇ ਜਦੋਂ ਹੁਕਮ ਦੇਣੇ ਸ਼ੁਰੂ ਹੋ ਗਏ ਤੇ ਅਕਾਲ ਤਖਤ ਦੀ ਮਾਣ ਮਰਜ਼ਾਦਾ ਨੂੰ ਢਾਹ ਲੱਗੀ। ਅਕਾਲ ਦਾ ਤਖਤ, ਉਸ ਪ੍ਰਮਾਤਮਾ ਦਾ ਤਖਤ ਅਸੀਂ ਸਿਰ ਝੁਕਾਉਂਦੇ ਆ, ਅਸੀਂ ਨੀਵੀਂ ਨਹੀਂ ਚੱਕਦੇ ਜਦੋਂ ਦਰਬਾਰ ਸਾਹਿਬ ਜਾਂਦੇ ਆ। ਪਰ ਸਿਧਾਂਤ ਨੂੰ ਸਮਝਣ ਦੀ ਲੋੜ ਆ ਸਿੱਖੋ। ਸਿਧਾਂਤ ਸਮਝੋ ਕੀ ਹੈ ਮੀਰੀ ਪੀਰੀ ਦਾ। ਅਕਾਲ ਤਖਤ ਸਾਹਿਬ ਤੇ ਬੈਠੋਗੇ ਤੇ ਉੱਥੋਂ ਦਰਬਾਰ ਸਾਹਿਬ ਦੇ ਦਰਸ਼ਨ ਹੋਣਗੇ। ਮਤਲਬ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਆ, ਜਿੱਥੋਂ ਸਿਆਸਤ ਸ਼ੁਰੂ ਹੁੰਦੀ ਆ, ਜਦੋਂ ਉੱਥੇ ਬੈਠੋਗੇ ਤੇ ਧਰਮ ਬਾਰੇ ਸੋਚ ਸਕਦੇ ਹੋ, ਧਰਮ ਬਾਰੇ ਹੀ ਸੋਚਣਾ ਹੈ। ਤੇ ਜਦੋਂ ਅੰਦਰ ਦਰਬਾਰ ਸਾਹਿਬ ਚਲੇ ਗਏ, ਉੱਥੋਂ ਅਕਾਲ ਤਖਤ ਨਜ਼ਰ ਨਹੀਂ ਆਉਂਦਾ। ਭਾਵ ਧਰਮ ਵਾਲੀ ਜਗ੍ਹਾ ਤੇ ਖੜ ਕੇ ਧਰਮ ਦੀ ਹੀ ਗੱਲ ਕਰਨੀ ਹੈ, ਤੇ ਰਾਜਨੀਤੀ ਵਾਲੀ ਜਗ੍ਹਾ ਤੇ ਖੜ ਕੇ ਵੀ ਧਰਮ ਦੀ ਗੱਲ ਕਰਨੀ ਹੈ। ਧਰਮ ਦਾ ਕੁੰਡਾ ਫੜੇ, ਰਾਜਨੀਤੀ ਪਿੱਛੇ ਪਿੱਛੇ ਤੁਰੇ, ਤੇ ਫਿਰ ਸਾਨੂੰ ਸੜਕਾਂ ਤੇ ਬਹਿਣ ਦੀ ਕੀ ਲੋੜ? ਕੀ ਸਾਡੇ ਕੋਲ ਇੱਕ ਵੀ ਇਹੋ ਜਿਹਾ ਹੈ ਨਹੀਂ ਇਹਨਾਂ ਲੱਖਾਂ ਦੇ ਵਿੱਚੋਂ ਪੰਜਾਬ ਦੀ ਧਰਤੀ ਤੇ ਉਹ ਕਿ ਮਰਦੇ ਮੁਜਾਹਿਦ ਦਾ ਵਾਰਿਸ ਕੋਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਪੈੜਾਂ ਤੇ ਪੈਰ ਧਰਨ ਵਾਲਾ ਕੋਈ ਹੈ ਨਹੀਂ ਜਿਹੜਾ ਅੜੇ ਹਕੂਮਤਾਂ ਦੇ ਮੂਹਰੇ? ਇੱਕੋ ਹੀ ਚਾਹੀਦਾ ਹੈ ਜਿਹੜਾ ਮੂਹਰੇ ਅੜੇ, ਜਿਹੜਾ ਹਿੰਦੁਸਤਾਨ ਦੀ ਹਕੂਮਤ ਦੀ ਅੱਖ ਚੱਖ ਪਾ ਕੇ ਗੱਲ ਕਰੇ, ਜਿਹੜਾ ਛਾਤੀ ਢਾਹ ਕੇ ਲੜੇ। ਪੰਜਾਬ ਦੀ ਧਰਤੀ ਸਿੱਧੂ ਸਾਹਿਬ
ਉਹਨਾਂ ਯੋਧਿਆਂ ਨੂੰ ਸਲਾਮ ਕਰਦੀ ਹੈ ਜਿਹੜੇ ਹਿੱਕਾਂ ਢਾਹ ਕੇ ਲੜਦੇ ਆ, ਹਿੱਕਾਂ ਢਾਹ ਕੇ। ਜਿਹੜੇ ਮਾਫੀਆਂ ਮੰਗ ਲੈਂਦੇ ਆ ਨਾ, ਪਹਿਲਾਂ ਕਹਿੰਦੇ ਨਸ਼ੇ ਦਾ ਤਸਕਰ ਆ ਤੇ ਫਿਰ ਮੰਗ ਲੈਂਦੇ ਆ ਉਸੇ ਨਸ਼ੇ ਵਾਲੇ ਤੋਂ ਮਾਫੀਆਂ, ਉਹਨਾਂ ਨੂੰ ਮੂੰਹ ਨਹੀਂ ਲਾਉਂਦੇ। ਉਹਨਾਂ ਦਾ ਹਸ਼ਰ ਵੇਖੋ ਕੀ ਹੁੰਦਾ। ਇਹ ਪੰਜਾਬ ਦੀ ਧਰਤੀ ਹੈ, ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ। ਸਰਦਾਰ ਕਪੂਰ ਸਿੰਘ ਦੀ ਗੱਲ ਬਾਈ ਜੀ ਕਰ ਰਹੇ ਸੀ। ਸਰਦਾਰ ਕਪੂਰ ਸਿੰਘ ਵਰਗਾ ਜੇ ਇੱਕ ਵੀ ਹੈ ਨਹੀਂ ਕਿਸੇ ਵੀ ਪਾਰਟੀ 'ਚ, ਕਾਂਗਰਸ 'ਚ ਵੀ ਹੈ ਨਹੀਂ, ਅਕਾਲੀ ਦਲ 'ਚ ਵੀ ਹੈ ਨਹੀਂ, ਝਾੜੂ ਵਾਲਾ 'ਚ ਵੀ ਹੈ ਨਹੀਂ। ਸਰਦਾਰ ਕਪੂਰ ਸਿੰਘ ਨੇ ਕੀ ਕਿਹਾ ਸੀ ਸਮਰਾਲੇ ਜਦੋਂ ਚੋਣ ਲੜਦੇ ਸੀ ਸਟੇਜ ਤੋਂ? ਆਪਾਂ ਸਾਰੇ ਬੈਠੇ, ਕਾਂਗਰਸ ਵਾਲੇ ਬਹੁਤ ਬੈਠੇ ਆ, ਸਾਰੇ ਐਮਐਲਏ 2-2 4-4 ਵਾਰ ਚੋਣਾਂ ਲੜ ਚੁੱਕੇ। ਆਪਾਂ ਸੋਚੋ ਆਪਾਂ ਇਹ ਗੱਲ ਕਹਿ ਸਕਦੇ ਹਾਂ ਸਟੇਜ ਤੋਂ? ਸਰਦਾਰ ਕਪੂਰ ਸਿੰਘ ਕਹਿੰਦਾ ਜਿਹੜਾ ਵੀ ਤੰਬਾਕੂ ਦਾ ਸੇਵਨ ਕਰਦਾ ਭਾਈ ਉਹ ਮੈਨੂੰ ਵੋਟ ਨਾ ਪਾਇਓ। ਤੇ ਇੱਥੇ ਅਸੀਂ ਨਸ਼ਿਆਂ ਬਦਲੇ ਵੋਟਾਂ ਲੈਨੇ, ਨਸ਼ਾ ਦੇ ਦੇ ਕੇ ਵੋਟਾਂ ਲੈਨੇ ਆ। ਹੈ ਕੋਈ ਸਰਦਾਰ ਕਪੂਰ ਸਿੰਘ ਦਾ ਵਾਰਸ ਇੱਥੇ ਇੰਨਿਆਂ ਚੋਂ? ਬਣੋ, ਉਦਾਹਰਨਾਂ ਦਿੰਨੇ ਆ, ਬਣੋ। ਪਿਛਲੀ ਇਲੈਕਸ਼ਨ ਦੇ ਵਿੱਚ ਮੈਂ ਆਪਦੇ ਬਾਪ ਨੂੰ ਗੁਰੂ ਘਰ ਲੈ ਗਿਆ, ਮੈਂ ਕਿਹਾ ਅਰਦਾਸ ਕਰੋ ਗੁਰੂ ਸਾਹਿਬ ਦੇ ਮੂਹਰੇ, ਆਪਾਂ ਇਲੈਕਸ਼ਨ ਦੇ ਵਿੱਚ ਭੋਰਾ ਨਸ਼ਾ ਨਹੀਂ ਵੰਡਣਾ, ਕੋਈ ਨਸ਼ਾ ਨਹੀਂ ਦੇਣਾ ਕਿਸੇ ਨੂੰ। ਜੇ ਆਪਾਂ ਵੰਡਣਾ ਵੀ ਆ ਕੁਛ ਨਹੀਂ ਦੇਣਾ। ਅਸੀਂ ਅਰਦਾਸ ਕੀਤੀ, ਸਾਨੂੰ ਫਤਿਹ ਮਿਲੀ। ਐਤਕੀ ਸਾਡੇ ਕੋਲ ਸਮਾਂ ਹੀ ਨਹੀਂ ਸੀ, ਅਸੀਂ ਅਰਦਾਸ ਹੀ ਨਹੀਂ ਕਰਕੇ ਆਏ। ਤੇ ਐਤਕੀ ਸਾਡਾ ਹਸ਼ਰ ਦੇਖੋ ਕੀ ਹੋਇਆ, ਅਸੀਂ 3ਜੇ ਨੰਬਰ ਤੇ ਆਏ। ਗੁਰੂ ਦੀ ਤਾਕਤ ਦੀ ਗੱਲ ਦੱਸ ਰਿਹਾ। ਗੁਰੂ ਮੂਹਰੇ ਅਰਦਾਸ ਬੇਨਤੀ ਕਰੇ ਸੱਚੇ ਮਨ ਨਾਲ ਸਿੱਖ ਤੇ ਅਰਦਾਸ ਪੂਰੀ ਹੁੰਦੀ। ਅੱਜ ਲੱਖਾਂ ਸਿੱਖ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਬੇਅਦਬੀ ਤੇ ਰਾਜਨੀਤੀ ਕਰਨ ਵਾਲਿਆਂ ਦਾ ਤੂੰ ਕੁਛ ਨਹੀਂ ਛੱਡਿਆ, ਤੇ ਜਿਹੜੇ ਹੋਰਾਂ ਨੇ ਕੀਤੀ ਹੈ ਕਰਨਗੇ ਉਹਨਾਂ ਦਾ ਵੀ ਨਹੀਂ ਰਹਿਣਾ। ਇਹ ਕਹਿਣ ਦੀ ਲੋੜ ਹੀ ਨਹੀਂ। ਇਹ ਗੱਲ ਆਮ ਤੌਰ ਤੇ ਇੱਕ ਅਸੀਂ 2-4 ਦਿਨ ਦਾ ਮੈਂ ਦੇਖਦਾ ਇਹਨੂੰ ਲੋਕ ਇੱਕ ਵਿਅੰਗ ਦੇ ਰੂਪ ਦੇ ਵਿੱਚ ਲਈ ਜਾਂਦੇ ਆ। ਕਹਿੰਦੇ ਬਾਦਲਾਂ ਦੇ ਬਾਰ ਦੇ ਵਿੱਚ ਬਹੁਤ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ, ਲੋਕ ਅਰਦਾਸਾਂ ਕਰਾਉਣ ਜਾਂਦੇ ਆ। ਕਹਿੰਦੇ ਬੀਬੀ ਹਰਸਿਮਰਤ ਕੌਰ ਤੋਂ ਅਰਦਾਸਾਂ ਕਰਾਉਣ ਜਾਂਦੇ, ਉਹਦੀ ਰੱਬ ਛੇਤੀ ਸੁਣ ਲੈਂਦਾ, ਉਹਦੀ ਬੜੀ ਛੇਤੀ ਸੁਣੀ ਗਈ। ਇਹੋ ਜਿਹੀਆਂ ਗੱਲਾਂ ਲੋਕ ਕਹਿੰਦੇ ਆ, ਪਰ ਇਹਨਾਂ ਦੇ ਮੂਹਰੇ ਖੜ ਕੇ ਹੱਥ ਦੋਵੇਂ ਬੰਨ ਕੇ ਸੱਚੇ ਮਨ ਨਾਲ ਇੱਕ ਕਦਮ ਪੱਟੋ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਕਦਮ ਪੱਟੋ, ਇੱਕ ਗੁਰੂ ਵੱਲ ਸੱਚੇ ਮਨ, ਕਰੋੜਾਂ ਕਦਮ ਚੱਲ ਕੇ ਕਲਾਵੇ ਚ ਲੈਣ ਆਉਂਦਾ। ਇੰਨੀ ਤਾਕਤ ਆ ਸਾਡੇ ਗੁਰੂ ਚ। ਸਾਨੂੰ ਥਾਂ ਥਾਂ ਤੇ ਗੁਰਬਾਣੀ ਸਮਝਾਉਂਦੀ ਆ, ਸੇਧਾ ਦਿੰਦੀ ਆ, ਲੈ ਲਓ ਸੇਧਾ, ਬਣ ਜੋ ਗੁਰੂ ਵਾਲੇ। ਕਿਹਨੂੰ ਸਿਹਰਾ ਮਿਲਦਾ, ਕੌਣ ਉਹ ਮਰਦੇ ਮੁਜਾਹਿਦ ਦਾ ਚੇਲਾ ਬਣੂ, ਉਹਦੇ ਪੈਰਾਂ ਤੇ ਤੁਰੂ, ਕੌਣ ਹਕੂਮਤ ਨਾਲ ਹਿੱਕ ਢਾਹ ਕੇ ਲੜੂ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਣਾ। ਪਰ ਮੈਂ ਜ਼ਿਆਦਾ ਸਮਾਂ ਨਾ ਲਵਾਂ, ਬਹੁਤ ਸਾਰੇ ਬੁਲਾਰੇ ਆ, ਜਿਹੜਾ ਆਉਂਦਾ ਉਹਨੂੰ ਜੀ ਆਇਆਂ ਨੂੰ ਨਿਮਾਣਾ ਬਣ ਕੇ ਗੁਰੂ ਦੀ ਹਜ਼ੂਰੀ ਚ ਆਓ। ਗੁਰੂ ਦੀ ਹਜ਼ੂਰੀ ਚ ਮੱਥਾ ਟੇਕਣ ਦੀ ਮਰਜ਼ਾਦਾ ਸਿੱਖੋ। ਜੁੱਤੀ ਲਾ ਕੇ ਆਉਂਦੇ, ਜਰਾਬਾਂ ਵੀ ਲਾ ਕੇ ਆਓ। ਜੇ ਕੋਈ ਭੁੱਲ ਕੇ ਨਹੀਂ ਲਾ ਕੇ ਆਉਂਦਾ ਤੇ ਸੇਵਾਦਾਰਾਂ ਨੂੰ ਬੇਨਤੀ, ਉਹਨੂੰ ਪਿਆਰ ਨਾਲ ਮੋੜਿਆ ਕਰੋ, ਗੁੱਸੇ ਨਾਲ ਨਹੀਂ ਮੋੜਨਾ, ਤਲਖੀ ਨਾਲ ਨਹੀਂ ਮੋੜਨਾ। ਇਹ ਕਾਫਲਾ ਵੱਡਾ ਕਰਨਾ ਹੈ। ਜਿਹੜਾ ਇੱਕ ਵਾਰੀ ਆਵੇ ਉਹ 10 ਹੋਰ ਨਾਲ ਲੈ ਕੇ ਆਵੇ। ਇਹ ਨਾ ਹੋਵੇ ਜਿਹੜਾ ਇੱਕ ਵਾਰੀ ਆ ਗਿਆ ਦੂਜੀ ਵਾਰੀ ਆਉਣ ਨੂੰ ਕਹੇ ਯਾਰ ਮੈਂ ਨਹੀਂ ਜਾਣਾ ਉੱਥੇ। ਤੇ ਸਮਝਣ ਵਾਲੀਆਂ ਗੱਲਾਂ ਇਹ ਆ। ਗੁਰੂ ਦੇ ਸਤਿਕਾਰ ਦੀ ਗੱਲ ਦੇਖੋ, ਵਿਦੇਸ਼ਾਂ 'ਚ ਆ ਯੂਕਰੇਨ ਤੇ ਰਸ਼ੀਆ ਦੀ ਲੜਾਈ ਹੋ ਰਹੀ ਹੈ ਨਾ, ਤੇ ਇੱਕ ਗੋਰਾ ਅੰਗਰੇਜ਼ ਗੁਰੂ ਸਾਹਿਬ ਦਾ ਸਰੂਪ ਸਿਰ ਤੇ ਰੱਖ ਕੇ, ਸਾਡੇ ਗੁਰੂ ਦੀ ਕਿੰਨੀ ਕੁ ਇੱਜ਼ਤ ਸਤਿਕਾਰ ਸਾਨੂੰ ਪਤਾ 7 ਸਾਲਾਂ ਤੋਂ ਹੋ ਰਿਹਾ 8, ਤੇ ਗੋਰਾ ਅੰਗਰੇਜ਼ ਇੱਕ ਸਿਰ ਤੇ ਗੁਰੂ ਸਾਹਿਬ ਦਾ ਸਰੂਪ ਰੱਖ ਕੇ ਭੱਜਿਆ ਜਾਂਦਾ ਕਿ ਮੈਂ ਗੋਲੀਆਂ ਤੋਂ ਬੰਬਾਂ ਤੋਂ ਬਚਾ ਲਾਂ, ਤੇ ਉਹ ਸਰੂਪ ਸੁਰੱਖਿਅਤ ਥਾਂ ਤੇ ਲੈ ਗਿਆ। ਇਹ ਦੁਨੀਆ ਦੇ ਵਿੱਚ ਮਾਣ ਵਾਲੀ ਗੱਲ ਹੈ। ਪਰ ਸਾਡੇ ਪੰਜਾਬ 'ਚ ਆ ਬੈਠੇ ਅਸੀਂ ਸੜਕਾਂ ਤੇ, ਇਹ ਬੈਠਣਾ ਨਹੀਂ, ਇਹ ਵਾਕਿਆ ਹੋਣਾ ਨਹੀਂ ਚਾਹੀਦਾ। ਜੋ ਸਾਦਾ ਸਮਾਂ ਨਾ ਲਵਾਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਗੱਲਾਂ ਸਮਝਣ ਵਾਲੀਆਂ ਹੈ ਕਿ ਜਿਹੜੇ ਸਾਡੇ ਸੰਤਾਂ ਦੇ ਪੋਸਟਰ ਪਾੜ ਦਿੰਦੇ ਆ, ਉਹਨਾਂ ਨੂੰ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਜਿਹੜੇ ਉਸ ਮਰਦੇ ਮੁਜਾਹਿਦ 20ਵੀਂ ਸਦੀ ਦੇ ਮਹਾਨ ਯੋਧੇ ਦੇ ਪੋਸਟਰ ਪਾੜਦੇ ਆ, ਪੁਤਲੇ ਸਾੜਦੇ ਆ, ਸਾਡੀਆਂ ਸਰਕਾਰਾਂ, ਸਾਡੀ ਵੀ ਕਾਂਗਰਸ ਲੰਘ ਕੇ ਗਈ, ਸਾਡੀ ਵੀ ਦਿੰਦੀ ਰਹੀ ਸਿਕਿਉਰਿਟੀ। ਉਹਨਾਂ ਨੂੰ 20 ਬੰਦਿਆਂ ਦੀ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਉਹ ਜਿਹੜਾ ਸਾਡੇ ਸੰਤਾਂ ਦੇ ਪ੍ਰੇਰਨਾ ਸਰੋਤ ਦੇ ਉਸ ਮਹਾਨ ਯੋਧੇ ਦੇ ਪੋਸਟਰ ਪਾੜਦਾ, ਜੁੱਤੀਆਂ ਮਾਰ ਕੇ ਉਹਨੂੰ ਜੇਲ੍ਹ ਭੇਜੋ। ਉਹਨੂੰ ਸਿਕਿਉਰਿਟੀ ਦੀ ਕੀ ਲੋੜ ਆ? ਉਹ ਤਾਂ ਖਤਰਾ ਹੈ ਸਾਡੇ ਸਮਾਜ ਲਈ। ਸੋ ਇਹ ਚੀਜ਼ਾਂ ਸਾਰੀਆਂ ਸਾਨੂੰ ਸਿਰ ਜੋੜ ਕੇ ਬੈਠਣਾ ਪਊ। ਸਿੱਖੋ, ਸਿਰ ਦੇਣੇ ਛੱਡ ਦਿਓ, ਵਰਤਣੇ ਸ਼ੁਰੂ ਕਰ ਦਿਓ, ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰੋ। ਸਾਡੀ ਕੌਮ 'ਚ ਬਹੁਤ ਵੱਡੇ ਵੱਡੇ ਯੋਧੇ ਹੋਏ ਆ, ਸਾਡੇ ਜਿਹੜੇ ਸਾਡੇ ਨਾਇਕ ਹੋਣੇ ਚਾਹੀਦੇ ਆ। ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਨਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਾਸਮ ਹਮਾਰੇ। ਸਾਡਾ ਨਾਇਕ, ਸਾਡਾ ਖਾਸਮ, ਸਾਡਾ ਗੁਰੂ ਗ੍ਰੰਥ ਸਾਹਿਬ, ਸਾਡੀ ਗੁਰਬਾਣੀ ਹੋਣੀ ਚਾਹੀਦੀ ਆ। ਫਿਰ ਅਡੋਲਤਾ ਨਹੀਂ ਆਊਗੀ, ਫਿਰ ਸਿੱਖ ਡੋਲੋ ਨਹੀਂ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਆਖਰੀ ਗੱਲ, ਬਦਲਾ ਕਰਦੇ ਸੀ। ਬਦਲਾਅ ਦੀ ਜਿੱਥੇ ਲੋੜ ਆ ਉੱਥੇ ਬੜਾ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ 'ਚ ਬਦਲਾਅ ਦੀ ਲੋੜ ਆ।
ਸਾਰੇ ਰਲੋ, ਸਾਰੀਆਂ ਧਿਰਾਂ ਇਕੱਠੀਆਂ ਹੋਵੋ। ਜਿਨ੍ਹਾਂ ਨੇ 100 ਸਾਲਾਂ ਦੇ ਵਿੱਚ ਸਾਡਾ ਇਤਿਹਾਸ ਦਾ ਮਲੀਆ ਮੇਟ ਕੀਤਾ ਹੈ ਨਾ, ਸਾਡੇ ਗਦਾਰਾਂ ਨੇ, ਸਾਡੇ ਆਪਦਿਆਂ ਗਦਾਰਾਂ ਨੇ RSS ਨਾਲ ਜਾਰੀਆਂ ਪਗਾਈਆਂ ਏ। ਤੇ ਜਿੱਥੇ ਸ਼੍ਰੋਮਣੀ ਕਮੇਟੀ, ਜਿੱਥੋਂ ਸਾਰਾ ਸੁਨੇਹਾ ਜਾਂਦਾ ਹੈ, ਉੱਥੇ ਬਦਲਾਅ ਦੀ ਬਹੁਤ ਵੱਡੀ ਲੋੜ ਆ। ਇੰਨੀਆਂ ਕੁ ਬੇਨਤੀਆਂ ਕਰਦਾ ਹੈ, ਭੁੱਲ ਚੁੱਕ ਦੀ ਦਿਓ ਖਿਮਾ। ਜੇ ਕੋਈ ਗਲਤੀ ਹੋਵੇ ਮੈਂ ਬੱਚਾ ਤੁਹਾਡਾ ਮਾਫ ਕਰਿਓ। ਗੱਜ ਕੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ ਨਹੀਂ ਬੁਲਾਉਂਦੇ? ਕੋਈ ਖਰਚਾ ਨਹੀਂ ਆਉਂਦਾ, ਮਗਰ ਲਿਓ ਫਤਿਹ ਬੁਲਾਇਆ ਕਰੋ, ਤਾਕਤ ਮਿਲਦੀ ਆ। ਬੁਲਾਓ ਗੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।